Hello friends, myself Ramneek Singh, lecturer physics, earning ਵਾਲਾ ਸ਼ੇਖਸਪਾ। ਲਾਸਟ ਟਾਈਮ ਅਸੀਂ ਆਰਟੀਕਲ ਜਿਹੜਾ ਕੀਤਾ ਸੀਗਾ ਉਹ ਸਾਡੇ ਕੋਲ ਆਰਟੀਕਲ ਸੀਗਾ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਦਾ ਪਾਰਟ 1 ਤੇ ਪਾਰਟ 2 ਅਸੀਂ ਪਹਿਲਾਂ ਬਣਾ ਚੁੱਕੇ ਹਾਂ। ਠੀਕ ਹੈ ਜੀ, ਜਨਰਲ ਡੈਫੀਨੇਸ਼ਨ, ਇਕੁਈਪੋਟੈਂਸ਼ੀਅਲ ਸਰਫੇਸ। ਠੀਕ ਹੈ ਜੀ, ਇਸ ਤਰ੍ਹਾਂ ਦੇ ਜਿਹੜੇ ਪੋਟੈਂਸ਼ੀਅਲ ਗ੍ਰੇਡੀਐਂਟ ਹੈ, ਜਿਹੜੇ 3-4 ਆਰਟੀਕਲ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ। ਜਿਹੜੇ ਵਿਦਿਆਰਥੀ ਨੇ ਇਹ ਲੈਕਚਰ ਜਿਹੜੇ ਇਹ ਵੀਡੀਓ ਨਹੀਂ ਦੇਖੇ ਤਾਂ ਪਲੀਜ਼ ਕਿਰਪਾ ਕਰਕੇ ਪਹਿਲਾਂ ਉਹਨਾਂ ਵੀਡੀਓਜ਼ ਨੂੰ ਜਿਹੜਾ ਕਲੀਅਰ ਕਰ ਲਿਆ ਜਾਵੇ ਤਾਂ ਜੋ ਜਿਹੜਾ ਇਹ ਵੀਡੀਓ ਆਪਣੇ ਕੋਲੇ ਹੈ ਆਪਾਂ ਨੂੰ ਪ੍ਰੋਪਰਲੀ ਸਮਝ ਆ ਸਕੇ। ਠੀਕ ਹੈ ਜੀ, ਸੋ ਅੱਜ ਦਾ ਜਿਹੜਾ ਆਪਣਾ ਆਰਟੀਕਲ ਹੈ ਉਹ ਆਪਣੇ ਕੋਲ ਕੀ ਹੈ, ਇਲੈਕਟ੍ਰਿਕ ਪੋਟੈਂਸ਼ੀਅਲ ਆਪਾਂ ਕੈਲਕੂਲੇਟ ਕਰਨੀ ਹੈ। ਠੀਕ ਹੈ ਜੀ, ਇਲੈਕਟ੍ਰਿਕ ਪੋਟੈਂਸ਼ੀਅਲ ਆਪਾਂ ਕੈਲਕੂਲੇਟ ਕਰਨੀ ਐਟ ਐਨੀ ਪੁਆਇੰਟ ਡਿਊ ਟੂ ਇਲੈਕਟ੍ਰਿਕ ਡਾਇਪੋਲ। ਠੀਕ ਹੈ ਜੀ, ਲੋ ਇਸ ਆਰਟੀਕਲ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਓਵਰਵਿਊ ਹੈ ਜਿਹੜਾ ਸਾਡੇ ਕੋਲ ਹੈ ਇਲੈਕਟ੍ਰਿਕ ਡਾਇਪੋਲ ਬਾਰੇ ਪਹਿਲਾਂ ਹੀ ਅਸੀਂ ਡਿਸਕਸ ਕਰ ਚੁੱਕੇ ਹਾਂ। ਜਿਹੜੇ ਵਿਦਿਆਰਥੀ ਨੇ ਇਲੈਕਟ੍ਰਿਕ ਡਾਇਪੋਲ ਦੀ ਵੀਡੀਓ ਨਹੀਂ ਦੇਖੀ ਤਾਂ ਪਹਿਲਾਂ ਦੇਖ ਲਵੇ ਜਾ ਕੇ। ਠੀਕ ਹੈ ਜੀ, ਇਨ ਜਨਰਲ ਜੇ ਆਪਾਂ ਓਵਰਵਿਊ ਲੈਣਾ ਚਾਹੀਏ ਤਾਂ ਡਾਈ ਮੀਨਸ ਟੂ, ਪੋਲ ਮੀਨ polarity. So two equal and opposite charges separated by certain distance apart ਜਿਵੇਂ ਇੱਥੇ ਆਪਾਂ distance ਕਿੰਨਾ ਲੈਨੇ 2 ਹੈ will form the electric dipole, and electric dipole moment is the moment produced by the electric dipole at the observation point, and it is given by either of the charge into distance between them 2a. It is a vector quantity and is directed from the negative to ਪੋਜ਼ਿਟਿਵ। ਠੀਕ ਹੈ ਜੀ, ਇਲੈਕਟ੍ਰਿਕ ਪੋਟੈਂਸ਼ੀਅਲ ਹੈ ਜਿਹੜਾ ਉਹ ਆਪਣੇ ਕੋਲੇ ਸਕੇਲਰ ਕੁਆਂਟਿਟੀ ਹੈ। ਇਲੈਕਟ੍ਰਿਕ ਪੋਟੈਂਸ਼ੀਅਲ ਐਟ ਏ ਪੁਆਇੰਟ ਦੀ ਅਸੀਂ ਜਿਹੜੀ ਵੈਲਿਊ ਉਹ ਕੈਲਕੂਲੇਟ ਕਰ ਚੁੱਕੇ ਹਾਂ 1/4πε0 Q/r। Q ਆਪਣੇ ਕੋਲ ਕੀ ਹੈ, ਸੋਰਸ ਚਾਰਜ, ਜਿੰਦੀ ਫੀਲਡ ਦੇ ਵਿੱਚ ਅਸੀਂ ਟੈਸਟ ਚਾਰਜ ਨੂੰ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਤੱਕ ਜਿਹੜਾ ਲੈ ਕੇ ਜਾਂਦੇ ਹਾਂ, ਵਰਕ ਕਰਦੇ ਹਾਂ। ਠੀਕ ਹੈ ਜੀ, W/Q0 ਇਹ ਅਸੀਂ ਪਹਿਲਾਂ ਆਰਟੀਕਲ ਕਰ ਚੁੱਕੇ ਹਾਂ। ਠੀਕ ਹੈ ਜੀ, ਲੋ ਫਿਰ ਅੱਜ ਦਾ ਜਿਹੜਾ ਆਪਣਾ ਆਰਟੀਕਲ ਹੈ ਉਸ ਆਰਟੀਕਲ ਨੂੰ ਸਟਾਰਟ ਕਰਨ ਤੋਂ ਪਹਿਲਾਂ ਉਹਦੀ ਫਿਗਰ ਨੂੰ ਜਿਹੜਾ ਧਿਆਨ ਨਾਲ ਸਮਝਦੇ ਹਾਂ। ਇਲੈਕਟ੍ਰਿਕ ਪੋਟੈਂਸ਼ੀਅਲ ਕੈਲਕੂਲੇਟ ਕਰਨੀ ਹੈ ਇੱਕ ਪੁਆਇੰਟ ਦੇ ਉੱਪਰ ਇਲੈਕਟ੍ਰਿਕ ਡਾਇਪੋਲ ਦੇ ਕਰਕੇ। ਤਾਂ ਸਭ ਤੋਂ ਪਹਿਲਾਂ ਇੱਕ ਇਲੈਕਟ੍ਰਿਕ ਡਾਇਪੋਲ ਹੈ ਜਿਹੜਾ ਅਸੀਂ ਪਲੇਸ ਕੀਤਾ -Q ਤੇ +Q। ਡਿਸਟੈਂਸ ਆਪਣੇ ਕੋਲ ਕਿੰਨਾ 2 ਹੈ, ਇਹਦਾ ਮਤਲਬ ਜਿਹੜਾ ਸੈਂਟਰ ਹੈ ਉਹ ਦੋਵੇਂ ਸਾਈਡ ਤੇ ਆਪਣੇ ਕੋਲ ਵੈਲਿਊ ਕਿੰਨੀ ਹੋਗੀ A। ਠੀਕ ਹੈ ਜੀ, ਲੈਟ ਫਰੋਮ ਦੀ ਸੈਂਟਰ ਆਪਾਂ ਕੀ ਕੀਤਾ ਹੈਗਾ ਐਕਸੀਅਲ ਤੇ ਇਕੁਏਟੋਰੀਅਲ, ਕਹਿਣ ਦਾ ਮਤਲਬ ਔਨ ਦੀ ਐਕਸਿਸ ਤੇ ਪਰਪੈਂਡੀਕੂਲਰ ਨੂੰ ਛੱਡ ਕੇ ਅਦਰ ਦੈਨ ਕੋਈ ਹੋਰ ਪੁਆਇੰਟ ਹੈ ਜਿਹੜਾ ਆਪਾਂ ਲਿਆ ਹੈਗਾ। ਲੈਟ ਇਟ ਇਜ਼ ਪੁਆਇੰਟ P ਇਜ਼ ਦੀ ਆਬਜ਼ਰਵੇਸ਼ਨ ਪੁਆਇੰਟ ਵਿਚ ਇਜ਼ ਮੇਕਿੰਗ ਐਨ ਐਂਗਲ ਥੀਟਾ। ਇਹ ਮੰਨ ਲਓ ਕੋਈ ਵੀ ਐਂਗਲ ਥੀਟਾ ਹੈ ਜਿਹੜਾ ਆਪਣੇ ਕੋਲ ਬਣਾ ਰਿਹਾ, ਆਪਾਂ ਫਿਗਰ ਦੇ ਵਿੱਚ ਸ਼ੋ ਕੀਤਾ। ਜਿਵੇਂ ਆਪਣੀ ਨੋਟੇਸ਼ਨ ਹੈ ਲੈਟ ਇਟ ਇਜ਼ ਐਟ ਡਿਸਟੈਂਸ r। ਠੀਕ ਹੈ ਜੀ, ਆਪਾਂ ਹੁਣ ਕੀ ਕਰਨਾ ਚਾਹੁੰਦੇ ਹਾਂ, ਇਸ P ਪੁਆਇੰਟ ਦੇ ਉੱਪਰ ਆਪਾਂ ਨੈਟ ਇਫੈਕਟ ਹੈ ਜਿਹੜਾ ਇਲੈਕਟ੍ਰਿਕ ਡਾਇਪੋਲ ਦਾ ਕੈਲਕੂਲੇਟ ਕਰਨਾ। ਉਹਦਾ ਮੈਥਡ ਆਪਣੇ ਕੋਲ ਕੀ ਹੈ, ਪਹਿਲਾਂ -Q ਚਾਰਜ ਕਰਕੇ ਸੋਰਸ ਚਾਰਜ ਨੂੰ ਲੈ ਕੇ ਇੱਥੇ ਅਸੀਂ ਵੈਲਿਊ ਕੈਲਕੂਲੇਟ ਕਰਾਂਗੇ। ਠੀਕ ਹੈ ਜੀ, ਲੈਟ ਇਟ ਇਜ਼ VA। ਫਿਰ +Q ਕਰਕੇ ਅਸੀਂ P ਪੁਆਇੰਟ ਦੇ ਉੱਪਰ ਵੈਲਿਊ ਕੈਲਕੂਲੇਟ ਕਰਾਂਗੇ, ਲੈਟ ਇਟ ਇਜ਼ V(B). ਕਿਉਂਕਿ ਇਹ ਸਕੇਲਰ ਕੁਆਂਟਿਟੀ ਹੈ ਇਸ ਲਈ ਉਸ ਤੋਂ ਬਾਅਦ ਅਸੀਂ ਇਹਨੂੰ ਸਿੰਪਲ ਹੀ ਅਲਜਬਰਿਕਲੀ ਕੀ ਕਰ ਦੇਵਾਂਗੇ, ਐਡ ਕਰ ਦੇਵਾਂਗੇ। ਠੀਕ ਹੈ ਜੀ, ਇਹ ਸਾਰੀ ਵੈਲਿਊ ਕੈਲਕੂਲੇਟ ਕਰਨ ਦੇ ਲਈ ਸਾਡੇ ਕੋਲੇ ਸਾਨੂੰ ਪਤਾ ਹੈ ਵੀ ਜਿਹੜਾ ਇਨ ਜਨਰਲ V ਦਾ ਫਾਰਮੂਲਾ ਹੈ ਪੋਟੈਂਸ਼ੀਅਲ ਐਟ ਏ ਪੁਆਇੰਟ, ਉਹ ਆਪਣੇ ਕੋਲ ਕੀ ਹੈਗਾ 1/4πε0 Q/r। ਇਹਦਾ ਮਤਲਬ VA ਵਾਸਤੇ ਅਸੀਂ ਗੱਲ ਜੇ ਕਰੀਏ ਤਾਂ VA ਵਾਸਤੇ ਆਪਣੇ ਕੋਲ ਕੀ ਹੈ, ਆਬਜ਼ਰਵੇਸ਼ਨ ਪੁਆਇੰਟ ਦਾ ਸੋਰਸ ਚਾਰਜ ਤੋਂ ਸੋਰਸ ਚਾਰਜ ਆਪਣੇ ਕੋਲ ਹੋ ਗਿਆ ਜਿਹੜਾ ਡਿਸਟੈਂਸ ਹੈ ਉਹ r1 ਹੈ। ਸਿਮਿਲਰਲੀ ਫॉर B ਜੇ ਅਸੀਂ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਕੀ ਹੈਗਾ 1/4πε0 Q/r2। ਠੀਕ ਹੈ ਜੀ, ਆਹ ਡਿਸਟੈਂਸ ਹੈ ਜਿਹੜਾ B ਪੁਆਇੰਟ ਤੋਂ ਲੈ ਕੇ। ਠੀਕ ਹੈ ਜੀ, A ਪੁਆਇੰਟ ਵਾਸਤੇ ਨੈਗੇਟਿਵ ਚਾਰਜ ਹੈ ਤੇ ਇੱਥੇ ਅਸੀਂ ਨੈਗੇਟਿਵ ਯੂਜ਼ ਕਰ ਲਾਂਗੇ, ਇੱਥੇ ਅਸੀਂ ਪੋਜ਼ਿਟਿਵ ਯੂਜ਼ ਕਰ ਲਾਂਗੇ। ਇਹਦਾ ਮਤਲਬ ਜੇ ਇਸ ਆਰਟੀਕਲ ਨੂੰ ਅਸੀਂ ਸੋਲਵ ਕਰਨਾ ਹੈ ਤਾਂ ਸਾਨੂੰ ਕੀ ਵੈਲਿਊ ਚਾਹੀਦੀ ਹੈ, r1 ਤੇ r2 ਦੀ ਵੈਲਿਊ ਚਾਹੀਦੀ ਹੈ। ਠੀਕ ਹੈ ਜੀ, R1 ਤੇ R2 ਦੀ ਵੈਲਿਊ ਆਪਣੇ ਕੋਲ ਚਾਹੀਦੀ ਹੈ। ਠੀਕ ਹੈ, ਇਨ ਟਰਮਸ ਆਫ
ਮੰਨ ਲਓ ਸਾਈਨ ਥੀਟਾ ਕੋਸ ਥੀਟਾ ਜੇ ਅਸੀਂ ਵੈਲਿਊ ਕੈਲਕੂਲੇਟ ਕਰਨੀ ਹੈ ਤਾਂ ਮੈਥੇਮੈਟਿਕਸ ਕੀ ਕਹਿੰਦਾ ਹੈ ਵੀ ਟਰਾਇੰਗਲ ਕੀ ਹੋਣੀ ਚਾਹੀਦੀ ਹੈ, ਉਹ ਰਾਈਟ ਐਂਗਲ ਟਰਾਇੰਗਲ ਹੋਣੀ ਚਾਹੀਦੀ ਹੈ। ਤਾਂ ਹੀ ਉਹਦੇ ਵਿੱਚ ਜਿਹੜਾ ਟ੍ਰਿਗਨੋਮੈਟਰੀ ਹੈ ਜਿਹੜੀ ਉਹ ਅਪਲਾਈ ਕੀਤੀ ਜਾ ਸਕਦੀ ਹੈ, ਸਾਈਨ ਥੀਟਾ ਕੋਸ ਥੀਟਾ ਕੈਲਕੂਲੇਟ ਕੀਤਾ ਜਾ ਸਕਦਾ। ਠੀਕ ਹੈ ਜੀ। ਇਸ ਚੀਜ਼ ਨੂੰ ਫੁੱਲਫਿਲ ਕਰਨ ਦੇ ਲਈ ਅਸੀਂ ਕੀ ਕੀਤਾ ਹੈ, ਬੀ ਪੁਆਇੰਟ ਤੋਂ ਇੱਕ ਪਰਪੈਂਡੀਕੂਲਰ ਡਰਾ ਕੀਤਾ। ਠੀਕ ਹੈ ਜੀ, OD, ਦਿਸ ਇਜ਼ ਦੀ ਐਂਗਲ ਥੀਟਾ। ਠੀਕ ਹੈ ਜੀ। ਸਿਮਿਲਰਲੀ ਅਸੀਂ ਕੀ ਕੀਤਾ, A ਪੁਆਇੰਟ ਤੋਂ ਇੱਕ ਪਰਪੈਂਡੀਕੂਲਰ ਡਰਾ ਕੀਤਾ ਔਨ PO ਐਕਸਟੈਂਡਡ। ਠੀਕ ਹੈ ਜੀ, P ਤੋਂ ਲੈ ਕੇ O ਤੱਕ ਐਕਸਟੈਂਡਡ ਹੈ ਜਿਹੜਾ, ਉਹਦੇ ਉੱਪਰ ਇਹ ਪਰਪੈਂਡੀਕੂਲਰ ਡਰਾ ਕੀਤਾ ਸੀ। ਠੀਕ ਹੈ ਜੀ। ਸਾਡਾ ਮੇਨ ਮਕਸਦ ਕੀ ਸੀ, R1 ਤੇ R2 ਦੀ ਵੈਲਿਊ ਕੈਲਕੂਲੇਟ ਕਰਨਾ। ਹੁਣ ਜੇ ਅਸੀਂ ਇਸ ਫਿਗਰ ਤੋਂ ਦੇਖਦੇ ਹਾਂ, ਜੇ ਅਸੀਂ ਆਹ ਪਰਪੈਂਡੀਕੂਲਰ ਇੱਥੇ ਡਰਾ ਕਰਦੇ ਹਾਂ, ਠੀਕ ਹੈ, ਤਾਂ R1 ਦੀ ਵੈਲਿਊ ਆਪਣੇ ਕੋਲ ਕਿਹਦੇ ਬਰਾਬਰ ਆ ਜਾਂਦੀ ਹੈ, R1 ਦੀ ਵੈਲਿਊ ਸਾਡੇ ਕੋਲ ਹੋ ਜਾਂਦੀ ਹੈ PC, ਉੱਪਰੋਂ ਇਸ ਪੁਆਇੰਟ ਤੋਂ ਲੈ ਕੇ, ਠੀਕ ਹੈ ਜੀ, ਇਸ ਪੁਆਇੰਟ ਤੱਕ, ਕਿਉਂਕਿ ਅਸੀਂ ਬਰਾਬਰ ਦਾ ਜਿਹੜਾ 90 ਡਿਗਰੀ ਦੇ ਵਿੱਚੋਂ ਕੱਢਤਾ। ਠੀਕ ਹੈ ਜੀ। ਇਹਦਾ ਮਤਲਬ ਜੇਕਰ ਅਸੀਂ PC ਦੀ ਵੈਲਿਊ ਕੈਲਕੂਲੇਟ ਕਰਨੀ ਹੈ ਤਾਂ R ਦੀ ਵੈਲਿਊ ਤਾਂ ਸਾਡੇ ਕੋਲ ਹੈਗੀ ਹੈ। ਕਹਿਣ ਦਾ ਮਤਲਬ PC ਸਾਡੇ ਕੋਲ ਕਿਹਦੇ ਬਰਾਬਰ ਹੈ, ਇਹ ਸਾਡੇ ਕੋਲ ਬਰਾਬਰ ਹੈ PO ਪਲੱਸ OC। PO ਦੀ ਵੈਲਿਊ ਸਾਡੇ ਕੋਲ ਕਿੰਨੀ ਹੈ, R। OC ਦੀ ਵੈਲਿਊ ਹੈ ਜਿਹੜੀ ਅਸੀਂ ਰਾਈਟ ਐਂਗਲ ਟਰਾਇੰਗਲ ਜਾ ਕੇ ਕੈਲਕੂਲੇਟ ਕਰਾਂਗੇ। ਸਿਮਿਲਰਲੀ ਜਿਹੜਾ R2 ਹੈ, R2 ਸਾਡੇ ਕੋਲ ਕਿਹਦੇ ਬਰਾਬਰ ਹੈ, ਉਹ ਸਾਡੇ ਕੋਲ ਬਰਾਬਰ ਹੈ PD। ਠੀਕ ਹੈ ਜੀ। ਜਿਹੜੀ ਆਹ ਵੈਲਿਊ ਅਸੀਂ ਕੈਲਕੂਲੇਟ ਕੀਤੀ ਹੈ PD ਦੇ, ਉਹ ਸਾਡੇ ਕੋਲ ਬਰਾਬਰ ਹੈ। ਹੁਣ PD ਸਾਡੇ ਕੋਲ ਕਿਹਦੇ ਬਰਾਬਰ ਹੈ, R ਦੇ ਵਿੱਚੋਂ ਜੇਕਰ OD ਦੀ ਵੈਲਿਊ ਨੂੰ ਕੀ ਕਰ ਦਿੱਤਾ ਜਾਵੇ, ਸਬਟਰੈਕਟ ਕਰ ਦਿੱਤਾ ਜਾਵੇ। ਇਸ ਲਈ ਅਸੀਂ ਕੀ ਕਰਾਂਗੇ, ਆਹ ਰਾਈਟ ਐਂਗਲ ਟਰਾਇੰਗਲ ਦੇ ਵਿੱਚ ਜਾ ਕੇ OD ਦੀ ਵੈਲਿਊ ਹੈ ਜਿਹੜੀ ਅਸੀਂ ਕੈਲਕੂਲੇਟ ਕਰਾਂਗੇ। ਇਸ ਆਰਟੀਕਲ ਦੇ ਵਿੱਚ ਜਿਹੜਾ ਮੇਨ ਇੰਪੋਰਟੈਂਟ ਪੁਆਇੰਟ ਹੈ, ਉਹ R1 ਤੇ R2 ਦੀ ਵੈਲਿਊ ਹੀ ਕੈਲਕੂਲੇਟ ਕਰਨੀ। ਉਸ ਤੋਂ ਬਾਅਦ ਤਾਂ ਸਿੰਪਲ ਇਹਨਾਂ ਨੂੰ ਕੀ ਕਰਨਾ, ਐਡ ਹੀ ਕਰਨਾ ਹੈਗਾ। ਠੀਕ ਹੈ ਜੀ। ਲਓ ਹੁਣ ਆਪਾਂ ਇਸ ਜਿਹੜੀ ਅਸੀਂ ਇਹ ਕੰਸਟਰਕਸ਼ਨ ਕੀਤੀ ਹੈ R1 ਤੇ R2 ਦੀ ਫਾਰਮ ਦੇ ਵਿੱਚ, ਠੀਕ ਹੈ ਜੀ, ਉਹਦੇ ਵਾਸਤੇ ਆਪਾਂ ਸਭ ਤੋਂ ਪਹਿਲਾਂ ਕੀ ਕਰਦੇ ਹਾਂ, ਰਾਈਟ ਐਂਗਲ ਟਰਾਇੰਗਲ ਜਿਹੜੀ ਆਪਣੇ ਕੋਲ ਹੈਗੀ ਹੈ ODB, ਇਸ ਟਰਾਇੰਗਲ ਦੇ ਵਿੱਚ ਚਲੇ ਜਾਂਦੇ ਹਾਂ। ਠੀਕ ਹੈ ਜੀ। R2 ਆਪਣੇ ਕੋਲ ਕਿਹਦੇ ਬਰਾਬਰ ਹੋਊਗਾ, R ਮਾਈਨਸ OD। OD ਦੀ ਵੈਲਿਊ ਅਸੀਂ ਇਸ ਰਾਈਟ ਐਂਗਲ ਟਰਾਇੰਗਲ ਦੇ ਜਾ ਕੇ ਕੈਲਕੂਲੇਟ ਕਰਦੇ ਹਾਂ ਤਾਂ ਸਾਨੂੰ ਇੱਕ ਗੱਲ ਪਤਾ ਵੀ ਐਂਗਲ ਦੇ ਸਾਹਮਣੇ ਸਾਡੇ ਕੋਲ ਕੀ ਹੁੰਦਾ, ਪਰਪੈਂਡੀਕੂਲਰ। ਇਹ ਸਾਡੇ ਕੋਲ ਪਰਪੈਂਡੀਕੂਲਰ ਹੈ। ਠੀਕ ਹੈ ਜੀ। ਆਹ ਵੈਲਿਊ ਆਪਣੇ ਕੋਲ ਕੀ ਰਹੇਗੀ, ਬੇਸ ਜਿਹੜੀ ਲੌਂਗੈਸਟ ਸਾਈਡ ਹੁੰਦੀ ਹੈ ਸਾਡੇ ਕੋਲ ਹੁੰਦੀ ਹਾਈਪੋਟੀਨਿਊਜ਼। ਅਸੀਂ OD ਦੀ ਵੈਲਿਊ ਕੈਲਕੂਲੇਟ ਕਰਨੀ ਹੈ ਤਾਂ ਅਸੀਂ OD ਦੀ ਵੈਲਿਊ ਨੂੰ ਉੱਪਰ ਰੱਖ ਲਿਆ, ਤੇ ਨੋਨ ਵੈਲਿਊ ਆਪਣੇ ਕੋਲ ਇੱਥੇ ਕੀ ਹੈ, OB ਆਪਣੇ ਕੋਲ ਕੀ ਸੈਂਟਰ ਆਫ ਦੀ ਡਾਇਪੋਲ ਹੈ, ਉਹ ਹੈ ਜਿਹੜਾ ਸੈਂਟਰ ਆਫ ਡਾਇਪੋਲ ਹੈ, ਜਿਹਦੀ ਲੈਂਥ ਅਸੀਂ 2A ਲਈਏ, ਇਸ ਲਈ ਇਹ ਵੀ A ਹੈ, ਇਹ ਵੀ ਆਪਣੇ ਕੋਲ A ਹੈ। ਠੀਕ ਹੈ ਜੀ। ਇਹ ਵੈਲਿਊ ਇਹਦਾ ਮਤਲਬ ਜੇ ਅਸੀਂ ਕੈਲਕੂਲੇਟ ਕਰੀਏ ਤਾਂ OD ਬਾਏ OB। ਠੀਕ ਹੈ ਜੀ। ਬੇਸ ਬਾਏ ਹਾਈਪੋਟੀਨਿਊਜ਼, ਬੇਸ ਬਾਏ ਹਾਈਪੋਟੀਨਿਊਜ਼ ਤਾਂ ਆਪਣੇ ਕੋਲ ਕੀ ਆ ਗਿਆ, cos ਥੀਟਾ। ਇਹਦਾ ਮਤਲਬ OD ਦੀ ਸਾਡੇ ਕੋਲ ਵੈਲਿਊ ਕੀ ਆ ਗਈ, A cos ਥੀਟਾ। ਵੈਲਿਊ ਆਪਣੇ ਕੋਲ ਕਿੰਨੀ ਆ ਗਈ, A cos ਥੀਟਾ। ਠੀਕ ਹੈ ਜੀ। ਇਹਦਾ ਮਤਲਬ ਜਿਹੜੀ ਸਾਡੇ ਕੋਲ R2 ਦੀ ਵੈਲਿਊ ਉਹ ਸਾਡੇ ਕੋਲ ਕੀ ਆ ਗਈ, R2 is equal to R minus A cos ਥੀਟਾ। ਇਹ ਪੁਆਇੰਟ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ। ਠੀਕ ਹੈ ਜੀ। ਸਿਮਿਲਰਲੀ ਅਸੀਂ ਕੀ ਕੀਤਾ, ਰਾਈਟ ਐਂਗਲ ਟਰਾਇੰਗਲ ਜਿਹੜੀ ਸਾਡੇ ਕੋਲ ਹੈਗੀ ਹੈ ACO, ਆ ਜਿਹੜੀ ਸਾਡੇ ਕੋਲ ਰਾਈਟ ਐਂਗਲ ਟਰਾਇੰਗਲ, ਅਸੀਂ ਇਹਦੇ ਵਿੱਚ ਗਏ, ਅਸੀਂ ਵੈਲਿਊ ਕਿਹਦੀ ਕੈਲਕੂਲੇਟ ਕਰਨਾ ਚਾਹੁੰਦੇ ਸੀ, R1 ਦੀ। R1 ਸਾਡੇ ਕੋਲ ਕਿਹਦੇ ਬਰਾਬਰ ਹੈ, R ਪਲੱਸ OC। ਅਸੀਂ OC ਦੀ ਵੈਲਿਊ ਕੈਲਕੂਲੇਟ ਕਰਨਾ ਚਾਹੁੰਦੇ ਸੀ ਤਾਂ ਪਹਿਲਾਂ ਵਾਲਾ ਮੈਥਡ, ਐਂਗਲ ਦੇ ਸਾਹਮਣੇ ਸਾਡੇ ਕੋਲ ਕੀ ਹੈ, ਪਰਪੈਂਡੀਕੂਲਰ। ਠੀਕ ਹੈ ਜੀ। ਇਹ ਹਾਈਪੋਟੀਨਿਊਜ਼ ਹੈ, ਇਹ ਬੇਸ ਹੈ। OC ਦੀ ਅਸੀਂ ਵੈਲਿਊ ਕੈਲਕੂਲੇਟ ਕਰਨਾ ਚਾਹੁੰਦੇ ਸੀ ਤਾਂ OC ਕਿਹਦੇ ਬਰਾਬਰ ਆਏਗਾ, ਪਹਿਲਾਂ ਵਾਲਾ ਮੈਥਡ ਲਾ ਕੇ A cos ਥੀਟਾ। ਤਾਂ R1 ਦੀ ਵੈਲਿਊ ਸਾਡੇ ਕੋਲ ਕੀ ਆ ਗਈ, R ਪਲੱਸ A cos ਥੀਟਾ। ਠੀਕ ਹੈ ਜੀ। ਇਹ ਦੋ ਜਿਹੜੇ ਪੁਆਇੰਟ ਹੈ ਇਹ ਨੋਟ ਕਰ ਲੈਣੇ। ਕਹਿੰਦਾ ਮਤਲਬ R1 ਤੇ R2 ਦੀ ਵੈਲਿਊ ਹੈ ਜਿਹੜੀ ਅਸੀਂ ਉਹ ਕੈਲਕੂਲੇਟ ਕਰ ਲਈ। ਠੀਕ ਹੈ ਜੀ। ਹੁਣ ਅਸੀਂ ਕੀ ਕਰਨਾ ਹੈ, ਅਸੀਂ ਟੋਟਲ ਪੋਟੈਂਸ਼ੀਅਲ ਐਟ ਪੁਆਇੰਟ P ਕੈਲਕੂਲੇਟ ਕਰਨਾ ਹੈ। ਤਾਂ ਸਾਨੂੰ ਇਸ ਗੱਲ ਦਾ ਪਤਾ ਵੀ ਜੇਕਰ ਟੋਟਲ ਪੋਟੈਂਸ਼ੀਅਲ ਅਸੀਂ
कैलकुलेट करना है v, तो वो अपने कोल की होगा v ऑफ a प्लस v ऑफ b। हुण v ऑफ a की है माइनस क्यू चार्ज करके जिहड़ा p पॉइंट के उपर है जिहड़ा पोटेंशियल जनरेट हो रहा है। ठीक है जी, पोटेंशियल का फार्मूला की है 1/4πε0 क्यू बाय आर, इतने डिस्टेंस की है r1। ठीक है जी, r1 देखो जो असीं देखिए तो लॉन्गेस्ट साइड है, इहदे बराबर होऊगा। ये अपने को वैल्यू आपां की कैलकुलेट की सीगी प्लस वाली बाय 4πε0 r प्लस a cos थीटा। ठीक है जी, वी ए की वैल्यू असीं कैलकुलेट कर ली। वी बी की वैल्यू जो असीं देखीए वी बी अपने कोल की पॉजिटिव चार्ज क्यू करके जिहड़ा ओ पी पॉइंट ऑब्जरवेशन के उपर साडे कोल इफैक्ट पैना वो अपने कोल कितना है 1/4πε0 प्लस द क्यू डिवाइड बाय आर ऑफ 2। आ फिगर तो सानू पता है भी r2 अपने कोल किहदे बराबर है r दे विचों ओडी नूं घटा के। ठीक है जी, ये अपने कोल की आ गया क्यू बाय 4πε0 r माइनस a cos थीटा, r माइनस a cos थीटा। टोटल पोटेंशियल अपने कोल की हो गया v ऑफ a प्लस v ऑफ b। ठीक है जी, v ऑफ a की वैल्यू माइनस क्यू बाय 4πε0 r प्लस a cos थीटा प्लस वी बी की वैल्यू क्यू बाय 4πε0 r माइनस a cos थीटा। ठीक है जी, ਆਪਾਂ ਕੀ ਕੀਤਾ है प्लस वाली टर्म ਨੂੰ ਜਿਹੜਾ ਉਹ ਅਸੀਂ ਉੱਪਰ ਰੱਖ ਲਿਆ, प्लस वाली टर्म ਨੂੰ ਆਪਾਂ ਕੀ ਕੀਤਾ है ਅੱਗੇ ਰੱਖ ਲਿਆ। ठीक है जी, ये अपने कोल की बन गया क्यू बाय 4πε0 ਅਸੀਂ कॉमन करता। आ टर्म ਨੂੰ ਅਸੀਂ ਪਹਿਲਾਂ लिख लिया क्योंकि पॉजिटिव सी, तो क्यू बाय 4πε0 कॉमन कट लिया तो बन गया 1/r माइनस a cos थीटा। ये माइनस सी तो माइनस 1/r प्लस a cos थीटा। हुण ये इक्वेशन अपने कोल की a प्लस b a माइनस b, एलसीएम लवांगे आपां ते इहनूं आपां सॉल्व करांगे। ठीक है जी, एलसीएम अपने कोल की हो गया आर स्केयर माइनस ए स्केयर कॉस स्केयर थीटा। कहने का मतलब इन्होंने दोवां नूं मल्टीप्लाई किया, मल्टीप्लाई करने तो बाद ए प्लस बी ए माइनस बी का फार्मूला लगाया। एलसीएम किवें कैलकुलेट करी तो जिंदे थल्ले जिहड़ी टर्म हैगी है दूसरी टर्म उनके उपर वाली जिहड़ी नाल आ जाएगी, मतलब उपर साडे कोल आ गया आर प्लस ए कॉस थीटा माइनस इत्थे प्लस वाली टर्म है तो अंदर अपने कोल आ जाएगी आर माइनस ए कॉस थीटा। ठीक है जी, जदों असीं माइनस के निशान खोलांगे तो इक्वेशन जिहड़ी साडे कोल की बन जाएगी आर प्लस ए कॉस थीटा माइनस आर प्लस ए कॉस थीटा डिवाइड बाय आर स्केयर माइनस ए स्केयर कॉस स्केयर थीटा। आर नाल आर अपने कोल कैंसल हो जाएगा। जी इक्वेशन आ अपने कोल की हो जाऊगा 2a कॉस थीटा प्लस a कॉस थीटा 2a कॉस थीटा नाल अपने कोल क्यू आ जाएगा 2a क्यू कॉस थीटा डिवाइड बाय 4πε0 आर स्केयर माइनस ए स्केयर कॉस स्केयर थीटा। ठीक है जी, ये जी अपने को टोटल पोटेंशियल एट पॉइंट पी ड्यू टू एनी पॉइंट। ठीक है जी, वो साडे कोल कैलकुलेट हो चुके हैं। हुण असीं की करांगे इहदे विच इलैक्ट्रिक जिहड़ा साडे कोल शॉर्ट डायपोल है, शॉर्ट डायपोल का असीं केस है जिहड़ा वो अप्लाई कर देंगे। शॉर्ट डायपोल साडे कोल की हुंदा है जिंदे विच की है माइनस क्यू ते प्लस क्यू मान लो अपने कोल कोई इलैक्ट्रिक डायपोल है, दोवां दे विचकार दा डिस्टेंस है जिहड़ा अपने कोल 2a है, ये सेंटर है। ठीक है जी, मान लो ये ऑब्जरवेशन पॉइंट है, ये डिस्टेंस r है। कहने का मतलब जेकर ऑब्जरवेशन पॉइंट की जिहड़ी दूरी है बहुत ज़्यादा होवे एज कंपेयर टू दी a डिस्टेंस बिटवीन, ठीक है जी, टू चार्जिज ऑफ द इलैक्ट्रिक डायपोल, दैन डायपोल नूं आपां की कहने शॉर्ट डायपोल। ठीक है जी,
ਇਹਦਾ ਮਤਲਬ ਇਸ ਇਕੁਏਸ਼ਨ ਤੋਂ ਆਰ ਸਕੇਅਰ ਮਾਈਨਸ ਏ ਸਕੇਅਰ ਕਾਸ ਸਕੇਅਰ ਥੀਟਾ ਜਿਹੜਾ ਪਿਛਲੇ ਆਰਟੀਕਲ ਦੇ ਵਿੱਚ ਇਕੁਏਸ਼ਨ ਸੀ, ਤਾਂ ਇਹਨੂੰ ਆਪਾਂ ਨਿਗਲੈਕਟ ਕਰ ਸਕਦੇ ਹਾਂ। ਇਹਦਾ ਮਤਲਬ ਇਹਨੂੰ ਅਸੀਂ ਕੀ ਲਿਖ ਸਕਦੇ ਹਾਂ, ਸਾਰੀ ਟਰਮ ਨੂੰ ਆਰ ਸਕੇਅਰ। ਠੀਕ ਹੈ ਜੀ। ਸੋ ਸ਼ਾਰਟ ਡਾਇਪੋਲ ਕਰਕੇ ਜਿਹੜੀ ਸਾਡੇ ਕੋਲ ਟੋਟਲ ਪੋਟੈਂਸ਼ੀਅਲ ਆਇਆ ਵੀ, ਉਹ ਸਾਡੇ ਕੋਲ ਕੀ ਆ ਗਿਆ 2AQ ਆਪਣੇ ਕੋਲ ਸੀ, ਤਾਂ ਇੱਥੇ ਸੀਗਾ P। ਠੀਕ ਹੈ ਜੀ। ਨਾਲ ਆਪਣੇ ਕੋਲ ਕੀ ਸੀਗਾ 2AQ cos ਥੀਟਾ, P ਹੋ ਗਿਆ ਸੀ ਆਪਣੇ ਕੋਲ। ਠੀਕ ਹੈ ਜੀ। ਡਿਵਾਈਡ ਬਾਈ A ਪਲੱਸ B A ਮਾਈਨਸ B, ਆਰ ਸਕੇਅਰ ਮਾਈਨਸ A ਸਕੇਅਰ cos ਸਕੇਅਰ ਥੀਟਾ ਸੀ, ਤਾਂ ਆਹ ਟਰਮ ਆਪਣੇ ਕੋਲ ਕੀ ਹੋ ਗਈ ਸ਼ਾਰਟ ਡਾਇਪੋਲ 'ਚ ਕੈਂਸਲ ਹੋ ਗਈ। ਠੀਕ ਹੈ ਜੀ। ਤਾਂ ਸਾਡੇ ਕੋਲ ਆਹ ਵਾਲੀ ਇਕੁਏਸ਼ਨ ਹੈ ਜਿਹੜੀ ਸਾਡੇ ਕੋਲ ਬਣ ਗਈ ਸ਼ਾਰਟ ਡਾਇਪੋਲ ਕਰਕੇ। ਠੀਕ ਹੈ ਜੀ। ਹੁਣ ਸਪੈਸ਼ਲ ਕੇਸ ਕੀ ਹੈ, ਐਕਸੀਅਲ ਲਾਈਨ ਤੇ ਇਕੁਏਟੋਰੀਅਲ ਲਾਈਨ। ਐਕਸੀਅਲ ਲਾਈਨ ਕੀ ਹੁੰਦਾ ਹੈ, ਜੇਕਰ ਆਬਜ਼ਰਵੇਸ਼ਨ ਪੁਆਇੰਟ ਕੀ ਲਾਈਨ ਜੁਆਇਨਿੰਗ ਦੀ ਸੈਂਟਰ ਆਫ ਦੀ ਟੂ ਚਾਰਜਿਸ ਦੇ ਉੱਪਰ ਹੀ ਲਾਈ ਕਰਦਾ, ਮੰਨ ਲਓ ਇੱਥੇ ਲਾਈ ਕਰਦਾ, ਤਾਂ ਇਸ ਕੇਸ 'ਚ ਥੀਟਾ ਕਿੰਨਾ ਹੁੰਦਾ 0। ਠੀਕ ਹੈ ਜੀ। ਇੱਥੇ ਆ ਥੀਟਾ ਸੀ, ਜੇਕਰ ਆ ਲਾਈਨ ਨੂੰ ਅਸੀਂ ਨੀਚੇ ਲਈਏ ਤਾਂ ਥੀਟਾ ਕਿੰਨਾ ਹੋਊਗਾ 0। ਠੀਕ ਹੈ ਜੀ। ਸਾਨੂੰ ਪਤਾ ਹੈ cos ਦੇ ਕੇਸ 'ਚ ਜਿਹੜੀਆਂ ਵੈਲਿਊਜ਼ ਹੁੰਦੀਆਂ ਆਹ ਵਾਲੀਆਂ, cos 0 ਦੀ ਵੈਲਿਊ 1 ਹੁੰਦੀ ਹੈ। ਇਹਦਾ ਮਤਲਬ V ਆਫ ਐਕਸੀਅਲ ਦੀ ਵੈਲਿਊ ਸਾਡੇ ਕੋਲ ਕਿੰਨੀ ਆ ਗਈ, ਜੇ ਅਸੀਂ ਇਹਦੀ ਵੈਲਿਊ 1 ਪੁੱਟ ਕਰ ਦਈਏ, P/R ਸਕੇਅਰ। P/R ਸਕੇਅਰ ਸ਼ਾਰਟ ਡਾਇਪੋਲ ਦੇ ਕੇਸ 'ਚ ਯਾਦ ਰੱਖ ਲੈਣਾ। ਠੀਕ ਹੈ ਜੀ। ਤੇ ਜੇ ਅਸੀਂ ਇਕੁਏਟੋਰੀਅਲ ਦੀ ਗੱਲ ਕਰੀਏ, ਇਕੁਏਟੋਰੀਅਲ ਅਰੇਂਜਮੈਂਟ 'ਚ ਕੀ ਹੁੰਦਾ, ਆਬਜ਼ਰਵੇਸ਼ਨ ਪੁਆਇੰਟ ਕਿੱਥੇ ਲਾਈ ਕਰਦਾ, ਪਰਪੈਂਡੀਕੂਲਰ ਲਾਈ ਕਰਦਾ, ਤਾਂ ਥੀਟਾ 90 ਡਿਗਰੀ, cos 90 ਦੀ ਵੈਲਿਊ 0। ਇਹਦਾ ਮਤਲਬ ਇਹ ਯਾਦ ਰੱਖਣਾ ਵੀ V ਆਫ ਇਕੁਏਟੋਰੀਅਲ ਹੈ, ਉਹਦੀ ਵੈਲਿਊ ਆਪਣੇ ਕੋਲ ਕੀ ਹੈ 0 ਹੈ। ਠੀਕ ਹੈ ਜੀ। ਇਹ ਪੁਆਇੰਟ ਆਪਣੇ ਕੋਲ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ, ਇਹਨੂੰ ਆਪਾਂ ਰਿਵਾਈਜ਼ ਕਰਾਂਗੇ ਨੋਟਸ ਦੇ ਉੱਪਰ ਨੂੰ ਸਾਰਾ। ਇੱਕ ਵਾਰੀ ਮੈਂ ਤੁਹਾਨੂੰ ਸਟੈਪ ਬਾਏ ਸਟੈਪ ਹੈ ਜਿਹੜਾ ਉਹ ਸਾਰਾ ਸਮਝਾਇਆ ਹੈ। ਠੀਕ ਹੈ ਜੀ। ਇਹਦਾ ਮਤਲਬ V ਆਫ ਐਕਸੀਅਲ ਦੀ ਵੈਲਿਊ ਜਿਹੜੀ ਸਾਡੇ ਕੋਲ ਆਈ ਹੈ ਉਹ ਬਾਈ ਆਈ ਹੈ P/R ਸਕੇਅਰ। ਕਹਿੰਦਾ ਮਤਲਬ V ਹੈ ਉਹ R ਸਕੇਅਰ ਦੇ ਪ੍ਰਪੋਰਸ਼ਨਲ ਹੈ। ਤੇ ਇਲੈਕਟ੍ਰਿਕ ਫੀਲਡ ਦੇ ਵਿੱਚ ਤੁਹਾਨੂੰ ਯਾਦ ਹੋਣਾ ਹੈ ਜਿਹੜਾ ਐਕਸੀਅਲ ਆਇਆ ਸੀ ਉਹ 2P/R ਕਿਊਬ ਆਇਆ ਸੀਗਾ। ਦੇਖੋ ਉਹ R ਕਿਊਬ ਦੇ ਪ੍ਰਪੋਰਸ਼ਨਲ ਹੈ ਇਨਵਰਸਲੀ, ਇੱਥੇ R ਸਕੇਅਰ ਦੇ ਪ੍ਰਪੋਰਸ਼ਨਲ ਹੈ। ਇਹ ਪੁਆਇੰਟ ਆਪਾਂ ਕਲੀਅਰ ਕਰ ਲੈਣਾ। ਠੀਕ ਹੈ ਜੀ। ਹੁਣ ਇੱਥੇ ਸਾਰੇ ਆਰਟੀਕਲ ਨੂੰ ਆਪਾਂ ਦੁਬਾਰਾ ਜਿਹੜਾ ਉਹ ਸਟੈਪ ਬਾਏ ਸਟੈਪ ਹੈ ਜਿਹੜਾ ਉਹ ਆਪਾਂ ਰਿਵਾਈਜ਼ ਕਰਦੇ ਹਾਂ। ਠੀਕ ਹੈ ਜੀ। ਲੋ ਅਸੀਂ ਕੀ ਕਰਨਾ ਚਾਹੁੰਦੇ ਸੀਗੇ, ਇਲੈਕਟ੍ਰਿਕ ਡਾਇਪੋਲ ਐਟ ਐਨੀ ਪੁਆਇੰਟ ਤੇ ਵੈਲਿਊ ਕੈਲਕੂਲੇਟ ਕਰਨਾ ਚਾਹੁੰਦੇ ਸੀ। ਉਹਦੇ ਵਾਸਤੇ ਅਸੀਂ ਕੀ ਕੀਤਾ, ਕੋਈ ਵੀ ਆਬਜ਼ਰਵੇਸ਼ਨ ਪੁਆਇੰਟ P ਹੈ ਜਿਹੜਾ ਐਟ ਐਨੀ ਐਂਗਲ ਥੀਟਾ ਅਸੀਂ ਲੈ ਲਿਆ। ਠੀਕ ਹੈ ਜੀ। ਆਹ ਸਾਡੇ ਕੋਲ ਇਲੈਕਟ੍ਰਿਕ ਡਾਇਪੋਲ ਹੈ। ਹੁਣ ਅਸੀਂ ਮੈਥਡ ਕੀ ਹੈ ਵੀ A ਮਾਈਨਸ ਕਿਊ ਕਰਕੇ P ਦੇ ਤੇ ਪਲੱਸ ਕਿਊ ਕਰਕੇ ਜਿਹੜਾ ਇਫੈਕਟ ਹੈ ਕੈਲਕੂਲੇਟ ਕਰਨਾ ਹੈ। ਠੀਕ ਹੈ ਜੀ। ਉਸੇ ਤਰ੍ਹਾਂ ਨਾਲ ਆਪਾਂ ਡਿਨੋਟ ਕਰਤਾ ਵੀ ਜਿਹੜਾ PR ਪੁਆਇੰਟ ਤੇ ਜਿਹੜਾ ਐਂਗਲ ਕਿੰਨਾ ਬਣਾ ਰਿਹਾ ਆਪਣੇ ਕੋਲ ਥੀਟਾ, ਜਿਹੜਾ ਆਹ ਐਂਗਲ ਬਣ ਰਿਹਾ ਆਪਣੇ ਕੋਲ ਥੀਟਾ। ਦੋ ਅਸੀਂ ਪਰਪੈਂਡੀਕੂਲਰ ਡਰਾ ਕੀਤੇ AC ਦੇ ਉੱਪਰ। ਠੀਕ ਹੈ ਜੀ। ਤੇ BD ਤੋਂ PO ਦੇ ਉੱਪਰ, ਜਿਹੜੇ ਆਪਣੇ ਕੋਲੇ BD PO ਦੇ ਉੱਪਰ ਤੇ ਇਧਰੋਂ AC PO ਐਕਸਟੈਂਡਡ ਦੇ ਉੱਪਰ। ਠੀਕ ਹੈ ਜੀ। ਇੰਟਰੈਂਗਲ AOC ਇਸ ਟ੍ਰਾਇੰਗਲ 'ਚ ਐਂਗਲ ਦੇ ਸਾਹਮਣੇ ਪਰਪੈਂਡੀਕੂਲਰ ਅਸੀਂ OC ਦੀ ਵੈਲਿਊ ਕੈਲਕੂਲੇਟ ਕਰ ਲਈ। OC ਦੀ ਵੈਲਿਊ ਕਿੰਨੀ ਹੈਗੀ A cos ਥੀਟਾ। ਸਿਮਿਲਰਲੀ ਸਾਡੇ ਕੋਲ ਐਸ ਰਾਈਟ ਐਂਗਲ ਟ੍ਰਾਇੰਗਲ ਦੇ ਵਿੱਚ ਅਸੀਂ ਗਏ, ਇੱਥੋਂ ਵੈਲਿਊ ਕਿੰਨੀ ਕੈਲਕੂਲੇਟ ਹੋ ਗਈ A cos ਥੀਟਾ। ਠੀਕ ਹੈ ਜੀ। ਇਸ ਫਿਗਰ ਤੋਂ ਸਾਨੂੰ ਕਲੀਅਰ ਹੈ ਵੀ R2 ਸਾਡੇ ਕੋਲ ਕਿੰਦੇ ਬਰਾਬਰ ਹੈ, R ਦੇ ਵਿੱਚੋਂ ਕੁਝ ਘਟਿਆ ਹੈ। ਕੀ ਘਟਿਆ A cos ਥੀਟਾ। ਠੀਕ ਹੈ ਜੀ। R1 ਕਿੰਦੇ ਬਰਾਬਰ ਹੈ, ਜਿਹੜੀ ਵੈਲਿਊ R ਦੀ ਇੱਥੇ ਤੱਕ ਹੈਗੀ ਸੀ ਉਹਦੇ ਵਿੱਚ ਕੁਝ ਜੁੜਿਆ ਪਲੱਸ A cos ਥੀਟਾ। ਠੀਕ ਹੈ ਜੀ। ਟੋਟਲ ਨੈਟ ਪੋਟੈਂਸ਼ੀਅਲ ਜਦੋਂ ਅਸੀਂ ਕੈਲਕੂਲੇਟ ਕੀਤਾ ਉਹ ਸਾਡੇ ਕੋਲ ਕਿੰਦੇ ਬਰਾਬਰ ਹੋਊਗਾ R2/R1। ਦੋਵਾਂ ਦੀ ਵੈਲਿਊ ਕਰਕੇ ਕਹਿੰਦਾ ਮਤਲਬ ਆਬਜ਼ਰਵੇਸ਼ਨ ਪੁਆਇੰਟ ਤੇ ਸੋਰਸ ਦੇ ਵਿਚਕਾਰ ਦਾ ਡਿਸਟੈਂਸ R1 ਹੈ, ਇੱਥੇ R2 ਹੈ, ਕਿਉਂਕਿ ਜਿਹੜੀ ਇਕੁਏਸ਼ਨ ਹੈ ਉਹ ਸਾਡੇ ਕੋਲ ਆ ਸੀ 1/4πε0 Q/R। ਸੋਰਸ ਚਾਰਜ ਤੇ ਹੁੰਦਾ ਆਬਜ਼ਰਵੇਸ਼ਨ ਪੁਆਇੰਟ ਤੋਂ ਡਿਸਟੈਂਸ। ਅਸੀਂ ਆ ਇਕੁਏਸ਼ਨ ਲਾਤੀ ਹੈ, ਕਾਮਨ ਕੱਢਤਾ। R2 ਦੀ ਵੈਲਿਊ ਸਾਡੇ ਕੋਲ ਆਈ ਪਈ ਹੈ। ਦੇਖੋ ਫਿਗਰ ਤੋਂ ਹੀ ਅਸੀਂ ਦੇਖਿਆ R2 ਛੋਟੀ ਹੋਏਗੀ। ਠੀਕ ਹੈ ਜੀ। R2 ਦੀ ਵੈਲਿਊ ਕੀ ਹੋਏਗੀ, ਮਾਈਨਸ ਵਾਲੀ ਹੋਏਗੀ। ਇਹ ਵੇਖੋ R ਮਾਈਨਸ ਹੈ। ਫਿਗਰ ਤੋਂ ਵੇਖੀਏ R1 ਦੀ ਵੱਡੇ ਵਾਲੀ ਵੈਲਿਊ ਹੋਊਗੀ ਜਿਹਦੇ ਵਿੱਚ ਕੁਝ ਐਡ ਹੋਇਆ, ਆਪਣੇ ਕੋਲ ਆ ਗਿਆ। ਠੀਕ ਹੈ ਜੀ। ਆ ਅਸੀਂ LCM ਲੈ ਲਿਆ। ਇਸ ਤੋਂ ਬਾਅਦ ਅਸੀਂ ਇਹਨੂੰ ਸੋਲਵ ਕੀਤਾ। ਠੀਕ ਹੈ ਜੀ। ਸੋਲਵ ਕਰਨ ਤੋਂ ਬਾਅਦ ਜਿਹੜੀਆਂ R ਵਾਲੀਆਂ ਟਰਮਸ ਕੱਟੀਆਂ ਗਈਆਂ ਆਪਣੇ ਕੋਲ ਬਣ ਗਿਆ 2A cos ਥੀਟਾ। ਆ Q ਨਾਲ ਐਡ ਕੀਤਾ ਤਾਂ 2AQ ਹੋ ਗਿਆ। ਇਹ ਆਪਣੇ ਕੋਲ ਕੀ ਬਣ ਗਿਆ, ਇਲੈਕਟ੍ਰਿਕ ਡਾਇਪੋਲ ਮੂਵਮੈਂਟ। ਇਹ ਇਕੁਏਸ਼ਨ ਸਾਡੇ ਕੋਲ ਆ ਗਈ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਸਪੈਸ਼ਲ ਕੇਸ ਡਿਸਕਸ ਕੀਤੇ। ਐਕਸੀਅਲ ਲਾਈਨ ਥੀਟਾ ਆਪਣੇ ਕੋਲ ਕਿੰਨਾ ਹੋਊਗਾ 0 ਡਿਗਰੀ, cos 0 ਦੀ ਵੈਲਿਊ 1 ਹੁੰਦੀ ਹੈ। ਤਾਂ ਆ ਇਕੁਏਸ਼ਨ ਸਾਡੇ ਕੋਲ ਕੀ ਬਣ ਗਈ,
ਇਹ ਜਨਰਲ ਇਕੁਏਸ਼ਨ ਬਣ ਗਈ ਐਕਸੀਅਲ ਦੀ। ਠੀਕ ਹੈ ਜੀ, ਸ਼ਾਰਟ ਡਾਇਪੋਲ ਦੇ ਕੇਸ 'ਚ ਆਪਾਂ ਕਿਹਾ ਸੀ ਆਰ ਆਪਣੇ ਕੋਲ ਗ੍ਰੇਟਰ ਦੈਨ ਇਹ ਹੋਏਗਾ, ਇਸ ਲਈ ਅਸੀਂ ਇਹਨੂੰ ਕੀ ਕਰਤਾ, ਨਿਗਲੈਕਟ ਕਰਤਾ। ਆਹ ਇਕੁਏਸ਼ਨ ਸਾਡੇ ਕੋਲ ਬਣ ਗਈ। ਠੀਕ ਹੈ ਜੀ, ਆਹ ਚੀਜ਼ ਅਸੀਂ ਕਲੀਅਰ ਕਰ ਲਈ ਵੀ ਵੀ ਹੈ ਜਿਹੜਾ ਆਪਣੇ ਕੋਲ ਆਰ ਸਕੇਅਰ ਦੇ ਇਨਵਰਸਲੀ ਪ੍ਰੋਪੋਰਸ਼ਨਲ ਹੈ। ਤੇ ਜੇ ਅਸੀਂ ਇਕੁਏਟੋਰੀਅਲ ਦੀ ਗੱਲ ਕਰੀਏ ਤਾਂ ਥੀਟਾ ਸਾਡੇ ਕੋਲ ਕਿੰਨਾ ਹੋਊਗਾ 90 ਡਿਗਰੀ, ਤੇ cos 90 ਦੀ ਵੈਲਿਊ ਕਿੰਨੀ ਹੁੰਦੀ ਹੈ 0 ਡਿਗਰੀ, ਇਸ ਲਈ ਪੋਟੈਂਸ਼ੀਅਲ ਆਪਣੇ ਕੋਲ ਕਿੰਨਾ ਹੋਊਗਾ 0 ਹੋਊਗਾ। ਇਹ ਮੋਸਟ ਇੰਪੋਰਟੈਂਟ ਪੁਆਇੰਟ ਹੈ ਜਿਹੜਾ ਅਸੀਂ ਯਾਦ ਰੱਖਣਾ ਵੀ ਪੋਟੈਂਸ਼ੀਅਲ ਹੈ ਜਿਹੜਾ ਇਕੁਏਟੋਰੀਅਲ ਦੇ ਉੱਪਰ ਉਹ 0 ਹੁੰਦਾ। ਠੀਕ ਹੈ ਜੀ, ਇਹ ਪੁਆਇੰਟ ਹੈ ਜਿਹੜੇ ਆਪਾਂ ਕਲੀਅਰ ਕਰ ਲਏ ਸੀ। ਠੀਕ ਹੈ, ਇਸ ਤੋਂ ਬਾਅਦ ਕੀ ਹੈ, ਜੇਕਰ ਇਹ ਤਾਂ ਆਪਣੇ ਕੋਲ ਆਰਟੀਕਲ ਸੀਗਾ ਵੀ ਇਲੈਕਟ੍ਰਿਕ ਪੋਟੈਂਸ਼ੀਅਲ ਐਟ ਐਨੀ ਪੁਆਇੰਟ ਹੈ ਜੇ ਸਾਡੇ ਕੋਲ ਡਿਊ ਟੂ ਇਲੈਕਟ੍ਰਿਕ ਡਾਇਪੋਲ ਪੁੱਛ ਲਿਆ ਜਾਂਦਾ ਹੈ। ਪਰ ਕਈ ਵਾਰੀ ਕੀ ਹੁੰਦਾ 4 ਨੰਬਰ ਦੇ ਵਿੱਚ ਜਾਂ 3 ਨੰਬਰ ਦੇ ਵਿੱਚ ਜਿਹੜੇ ਸਾਡੇ ਕੋਲ ਆਰਟੀਕਲ ਆਉਂਦੇ ਉਹਨਾਂ ਦੇ ਵਿੱਚ ਆਪਣੇ ਕੋਲ ਕੀ ਹੁੰਦਾ ਉਹ ਇਲੈਕਟ੍ਰਿਕ ਪੋਟੈਂਸ਼ੀਅਲ ਡਿਊ ਟੂ ਇਲੈਕਟ੍ਰਿਕ ਡਾਇਪੋਲ ਔਨ ਐਕਸੀਅਲ ਲਾਈਨ ਤੇ ਇਕੁਏਟੋਰੀਅਲ ਹੀ ਸਿੱਧਾ ਪੁੱਛ ਲੈਂਦਾ। ਤਾਂ ਉਸ ਕੇਸ 'ਚ ਜਿਹੜਾ ਅਸੀਂ ਹੁਣ ਅਸੀਂ ਇਹਨੂੰ ਡਿਸਕਸ ਕਰਾਂਗੇ। ਜੇਕਰ ਇਲੈਕਟ੍ਰਿਕ ਪੋਟੈਂਸ਼ੀਅਲ ਅਸੀਂ ਕੈਲਕੂਲੇਟ ਕਰਨਾ ਹੋਵੇ ਐਕਸੀਅਲ ਲਾਈਨ ਦੇ ਵਿੱਚ। ਠੀਕ ਹੈ ਜੀ, ਸਾਨੂੰ ਪਤਾ ਵੀ ਐਕਸੀਅਲ ਲਾਈਨ ਆਪਣੇ ਕੋਲ ਕੀ ਹੁੰਦੀ ਹੈ, ਜਦੋਂ ਆਪਣੇ ਕੋਲ ਕੀ ਹੈ ਆਬਜ਼ਰਵੇਸ਼ਨ ਪੁਆਇੰਟ ਹੈ ਨਾ ਜਿਹੜਾ ਉਹ ਲਾਈਨ ਜੁਆਇਨਿੰਗ ਦੀ 2 ਚਾਰਜਿਸ ਜਿਹੜੀ ਆ ਲਾਈਨ ਹੈ ਇਹਦੇ ਉੱਪਰ ਹੀ ਕਿਤੇ ਲਾਈ ਕਰਦਾ। ਮੰਨ ਲਓ ਇਹ ਆਪਣੇ ਕੋਲ ਕੀ ਹੈ ਆਬਜ਼ਰਵੇਸ਼ਨ ਪੁਆਇੰਟ ਹੈ, ਉੱਥੇ ਆਪਣੇ ਕੋਲ ਟੈਸਟ ਚਾਰਜ ਪਿਆ, ਆ ਸੈਂਟਰ ਆਫ ਦੀ ਡਾਇਪੋਲ ਹੈ, ਇਹਦੀ ਲੈਂਥ ਆਪਾਂ 2a ਲੈ ਕੇ ਚੱਲਦੇ ਹਾਂ। ਠੀਕ ਹੈ ਜੀ, ਇਹਦਾ ਮਤਲਬ ਇਹ ਵੀ a ਹੋ ਗਈ ਤੇ ਆ ਵੀ a ਹੋ ਗਈ, ਤੇ ਸੈਂਟਰ ਤੋਂ ਕਿੰਨੀ ਦੂਰੀ ਦੇ ਉੱਪਰ ਆਬਜ਼ਰਵੇਸ਼ਨ ਆਪਾਂ ਪੁਆਇੰਟ ਰੱਖਦੇ ਹਾਂ r। ਮੈਥਡ ਫਿਰ ਉਹੀ ਹੈ -q ਕਰਕੇ p ਦੇ ਉੱਪਰ ਵੈਲਿਊ ਕੈਲਕੂਲੇਟ ਕਰਾਂਗੇ, ਫਿਰ +q ਕਰਕੇ। ਦੇਖੋ +q ਨੇੜੇ ਹੈ, ਇਹਦਾ ਮਤਲਬ r ਦੇ ਵਿੱਚੋਂ ਆਪਣੇ ਕੋਲ ਕੀ ਹੋਵੇਗੀ, ਆਹ ਟਰਮ ਹੈ ਜਿਹੜੀ ਆਪਣੇ ਕੋਲ ਕੀ ਹੋ ਜਾਏਗੀ ਸਬਟਰੈਕਟ ਹੋ ਜਾਏਗੀ, r -a ਹੋ ਜਾਏਗੀ। ਠੀਕ ਹੈ ਜੀ, ਆਹ -q ਹੈ ਜਿਹੜਾ ਦੂਰ ਹੈ, ਕਿੰਨਾ ਦੂਰ ਹੈ r ਦੀ ਵੈਲਿਊ ਤੱਕ ਆਪਣੇ ਕੋਲ ਬਣ ਹੀ ਗਈ, ਇਹ ਇਹਦੇ ਵਿੱਚ ਕੀ ਹੋਵੇਗਾ ਐਡ ਹੋ ਜਾਏਗਾ। ਠੀਕ ਹੈ ਜੀ, ਇਹਦਾ ਮਤਲਬ q ਵਾਲੇ ਕੇਸ ਦੇ ਵਿੱਚ ਕਿਉਂਕਿ ਸਾਨੂੰ ਪਤਾ ਵੀ ਪੋਟੈਂਸ਼ੀਅਲ ਐਟ ਏ ਪੁਆਇੰਟ ਦਾ ਫਾਰਮੂਲਾ ਕੀ ਹੈ q/4πε0r। q ਤਾਂ ਆਪਣੇ ਕੋਲ ਹੈਗਾ ਹੀ, ਆਪਾਂ ਨੂੰ r ਦੀ ਵੈਲਿਊ ਚਾਹੀਦੀ ਹੈ, -q ਤੇ +q ਦੇ ਕੇਸ 'ਚ ਅਸੀਂ ਵੈਲਿਊ ਸਿੰਪਲੀ ਪੁੱਟ ਕਰਨੀ ਹੈ। ਠੀਕ ਹੈ ਜੀ, ਆਹ ਆਪਣੇ ਕੋਲ ਡਾਇਗਰਾਮ ਬਣਿਆ ਹੋਇਆ ਹੈ। ਠੀਕ ਹੈ ਜੀ, ਇਹ ਸਾਰੀ ਗੱਲ ਆਪਾਂ ਕਲੀਅਰ ਕਰ ਲਈ। v1 ਅਸੀਂ ਕੀ ਕਹਿ ਰਹੇ ਹਾਂ, v1 ਆਪਣੇ ਕੋਲ ਕੀ ਨੈਗੇਟਿਵ q ਕਰਕੇ 1/4πε0 -q/r+a। ਦੇਖੋ ਇਹ ਪੁਆਇੰਟ ਦੂਰ ਹੈ, ਇੱਥੇ ਤੱਕ r ਹੈ, ਤਾਂ ਆਹ ਡਿਸਟੈਂਸ ਵਿੱਚ ਐਡ ਹੋ ਕੇ ਕਿੰਨਾ ਬਣ ਜਾਊਗਾ a। ਸੋ ਇਕੁਏਸ਼ਨ ਕੀ ਬਣ ਗਈ -q/4r+a। ਸਿਮਿਲਰਲੀ v2 ਦੀ ਵੈਲਿਊ ਕੈਲਕੂਲੇਟ ਕੀਤੀ ਹੈ +q ਕਰਕੇ, ਤਾਂ ਆਹ ਵਾਲਾ ਡਿਸਟੈਂਸ ਅਸੀਂ ਕੈਲਕੂਲੇਟ ਕਰਨਾ। ਇਹ ਡਿਸਟੈਂਸ ਕਿੰਨਾ ਹੈ, ਜੇਕਰ r ਆਹ ਸਾਰਾ ਡਿਸਟੈਂਸ ਸਾਡੇ ਕੋਲ r ਹੈ, ਜੇਕਰ ਇਹਦੇ ਵਿੱਚੋਂ ਆਹ ਡਿਸਟੈਂਸ ਹੈ ਜਿਹੜਾ ਉਹ ਘਟਾ ਦਿੱਤਾ ਜਾਵੇ, ਇਹ ਆ a ਹੈ, ਕਹਿੰਦਾ ਮਤਲਬ ਇਕੁਏਸ਼ਨ ਆ ਗਈ r - a। ਠੀਕ ਹੈ ਜੀ, ਹੁਣ ਜਿਹੜਾ ਆਪਣੇ ਕੋਲ ਕੀ ਹੈ ਪੋਟੈਂਸ਼ੀਅਲ ਹੈ ਉਹ ਇੱਕ ਸਕੇਲਰ ਕੁਆਂਟੀਟੀ ਹੈ, ਇਸ ਲਈ ਉਹ ਕੋਈ ਵੈਕਟਰ ਅਪਰੋਚ ਨਹੀਂ, ਸਿੰਪਲੀ ਉਹ ਐਡ ਹੋ ਜਾਵੇਗਾ ਜਿਵੇਂ ਨੰਬਰ ਐਡ ਹੁੰਦੇ ਤਾਂ ਆਪਾਂ ਇਹਨੂੰ ਐਡ ਕਰਤਾ। ਜਿਵੇਂ ਪਿਛਲੇ ਆਰਟੀਕਲ 'ਚ ਕੀਤਾ ਸੀ q/4πε0 ਕਾਮਨ ਕੱਢ ਲਿਆ, ਆ ਇਕੁਏਸ਼ਨ ਬਣ ਗਈ। ਪਲੱਸ ਵਾਲੀ ਨੂੰ ਪਹਿਲਾਂ ਲਿਖ ਲਿਆ, ਮਾਈਨਸ ਵਾਲੀ ਰਕਮ ਨੂੰ ਬਾਅਦ 'ਚੋਂ ਲਿਖ ਲਿਆ, a + b a - b। ਠੀਕ ਹੈ ਜੀ, r² - a², ਜਿਹੜੀ ਟਰਮ ਦੇ ਅੱਗੇ ਮਾਈਨਸ ਵਾਲੀ ਹੈਗਾ ਉੱਪਰ ਪਲੱਸ ਵਾਲੀ ਟਰਮ ਆ ਜਾਏਗੀ, ਜਿਹਦੇ ਥੱਲੇ ਪਲੱਸ ਵਾਲੀ ਟਰਮ ਹੈ ਉਹਦੇ ਉੱਪਰ ਮਾਈਨਸ ਵਾਲੀ ਆ ਜਾਏਗੀ। ਮਾਈਨਸ ਨਿਸ਼ਾਨ ਖੋਲਾਂਗੇ ਤਾਂ -r + a, r ਨਾਲ r ਆਪਣੇ ਕੋਲ ਕੀ ਹੋ ਗਿਆ ਕੈਂਸਲ ਹੋ ਗਿਆ, a + a 2a, 2aq ਆਪਣੇ ਕੋਲ ਕੀ ਹੁੰਦਾ ਡਾਇਪੋਲ ਮੂਵਮੈਂਟ p। ਤਾਂ ਇਕੁਏਸ਼ਨ ਆ ਬਣ ਗਈ ਆਪਣੇ ਕੋਲ। ਠੀਕ ਹੈ ਜੀ, ਜੇ ਸ਼ਾਰਟ ਡਾਇਪੋਲ ਦੀ ਗੱਲ ਕਰਦੇ ਹਾਂ ਤਾਂ r ਇਜ਼ ਗ੍ਰੇਟਰ ਦੈਨ a। ਆਬਜ਼ਰਵੇਸ਼ਨ ਪੁਆਇੰਟ ਆ ਜ਼ਿਆਦਾ ਦੂਰੀ ਦੇ ਉੱਪਰ ਲਾਈ ਕਰਦਾ ਹੈਗਾ ਐਜ਼ ਕੰਪੇਅਰ ਟੂ ਦੀ ਲੈਂਥ ਆਫ ਦੀ ਡਾਇਪੋਲ, ਉਹਨੂੰ ਸ਼ਾਰਟ ਡਾਇਪੋਲ ਕਹਿੰਦੇ ਆ। r² ਤੇ a² ਨੂੰ ਆਪਾਂ ਕੀ ਕਰਤਾ ਨਿਗਲੈਕਟ ਕਰਤਾ, ਤਾਂ ਇਕੁਏਸ਼ਨ ਆਪਣੇ ਕੋਲ ਆ ਗਈ ਜਿਹੜੀ ਅਸੀਂ ਹੁਣੇ ਡਰਾਈਵ ਕੀਤੀ ਸੀ ਐਕਸੀਅਲ ਦੇ ਕੇਸ ਦੇ ਵਿੱਚ। ਇਹ ਪੁਆਇੰਟ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ? ਠੀਕ ਹੈ ਜੀ, ਇਹ 4 ਨੰਬਰ ਦੇ ਜਾਂ 3 ਨੰਬਰ ਦੇ ਵਿੱਚ ਆਰਟੀਕਲ ਹੈ ਜਿਹੜਾ ਡਾਇਰੈਕਟ ਪੁੱਛ ਲਿਆ ਜਾਂਦਾ। ਠੀਕ ਹੈ ਜੀ, ਹੁਣ ਅਸੀਂ ਨੈਕਸਟ ਆਰਟੀਕਲ ਦੇਖਦੇ ਹਾਂ ਇਕੁਏਟੋਰੀਅਲ ਲਾਈਨ ਅਰੇਂਜਮੈਂਟ। ਦੇਖੋ ਜਿੰਦਾ ਬੱਚੇ ਦਾ ਬੇਸ ਕਲੀਅਰ ਹੈ ਉਹਦੇ ਵਾਸਤੇ ਇਹ ਕੋਈ ਪ੍ਰੋਬਲਮ ਨਹੀਂ ਹੈਗੀ, ਇਸ ਕਰਕੇ ਮੈਂ ਫਿਰ ਕਹਿ ਰਿਹਾ ਇਹ ਆਰਟੀਕਲ ਕਰਨ ਤੋਂ ਪਹਿਲਾਂ ਇਕੁਏਟੋਰੀਅਲ ਤੇ ਐਕਸੀਅਲ ਦੇ ਜਿਹੜੇ ਆਪਣੇ ਕੋਲ ਤੇ ਇਲੈਕਟ੍ਰਿਕ ਡਾਇਪੋਲ ਦੇ ਆਰਟੀਕਲ ਹੈ ਉਹਨਾਂ ਨੂੰ ਕਲੀਅਰ ਕਰ ਲਿਆ ਜਾਵੇ। ਠੀਕ ਹੈ ਜੀ, ਲਓ ਹੁਣ ਆ ਆਪਣੇ ਕੋਲ ਆਬਜ਼ਰਵੇਸ਼ਨ ਪੁਆਇੰਟ ਹੈ ਜਿਹੜਾ ਆਪਣੇ ਕੋਲ ਕਿਸ ਤਰ੍ਹਾਂ ਨਾਲ ਲਾਈ ਕਰ ਰਿਹਾ 90 ਡਿਗਰੀ ਟੂ ਦੀ ਲਾਈਨ ਜੁਆਇਨਿੰਗ ਦੀ ਸੈਂਟਰ ਆਫ ਦੀ 2 ਚਾਰਜਿਸ, 2 ਚਾਰਜਿਸ ਨੂੰ। ਲੈਟ ਇਟ ਇਜ਼ ਮੇਕਿੰਗ ਐਨ ਐਂਗਲ ਥੀਟਾ। ਆ ਡਿਸਟੈਂਸ ਵੀ a ਹੈ, ਡਿਸਟੈਂਸ ਵੀ a ਹੈ, ਆਪਾਂ ਕਿੰਨੀ ਦੂਰੀ ਤੇ ਲਿਆ ਇਹਨੂੰ r ਦੂਰੀ ਦੇ ਉੱਪਰ ਲਿਆ। ਸਾਡਾ ਮੈਥਡ ਕੀ ਹੈ ਵੀ -q ਕਰਕੇ ਅਸੀਂ p ਦੇ ਉੱਪਰ ਵੈਲਿਊ ਕੈਲਕੂਲੇਟ ਕਰਨੀ ਤੇ +q ਕਰਕੇ। ਚਾਰਜ ਦੀ ਵੈਲਿਊ ਕੀ ਹੁੰਦੀ ਹੈ 1/ ਪੋਟੈਂਸ਼ੀਅਲ ਦੀ ਵੈਲਿਊ -q/ ਆ ਡਿਸਟੈਂਸ ਹੋ ਜਾਏਗਾ। ਠੀਕ ਹੈ ਜੀ, ਇਹ ਰਾਈਟ ਐਂਗਲ ਟਰਾਇੰਗਲ ਹੈ ਕਿਉਂਕਿ 90 ਡਿਗਰੀ ਤੇ ਲਾਈ ਕਰ ਰਿਹਾ। ਆ a ਹੈ, ਆ r ਹੈ, ਇਹ ਦੂਰੀ ਕਿੰਨੀ ਹੋ ਗਈ r² + a² ਦਾ ਸਕੁਅਰ ਰੂਟ, ਤੇ ਇੱਥੇ ਵੀ ਉਹੀ ਵੈਲਿਊ ਹੋ ਗਈ।
कहना मतलब दोवें केस दे विच आ वैल्यू की आर स्केयर प्लस ए स्केयर दी 1/2। ठीक है जी, माइनस क्यू करके ये वैल्यू आ गई अपने कोले, तो प्लस क्यू करके कितनी आई 1/4πε0 प्लस क्यू डिवाइड बाय आर स्केयर प्लस ए स्केयर दी 1/2। क्योंकि दोवें केसिस की है, आ राइट एंगल ट्रायंगल है, आ ए है, आ आर है, पाइथागोरस थ्योरम लाई तो आर स्केयर प्लस ए स्केयर दा स्केयर रूट। हुण असी की करते हुंदे टोटल पोटैंशियल की करते हैं, सिंपली दोवां नूं असी की करना ऐड करना है। हुण जे ऐड करिए तो देखो दोवें टर्म सिमिलर है, एक माइनस च है एक अपने कोल प्लस च है, मतलब दोवें टर्म एक दूजे नूं की कर देणगे कैंसल, तो टोटल पोटैंशियल की वैल्यू की आएगी 0। ठीक है, जिवें आपां इत्थे कैलकुलेट किया होया, दोवां नूं जदों असीं ऐड करांगे आ टर्म ते आ टर्म एक दूजे नूं कैंसल। ठीक है जी, इसलिए ये पॉइंट याद रख लेना भी एक्सीएल के केस दे विच जिहड़ी वैल्यू P/R³ आर स्केयर आउंदी अपने कोले। ठीक है जी, पोटैंशियल की वैल्यू तो इक्वेटोरीअल के केस दे विच वैल्यू 0 है। ठीक है जी, असीं इहनूं कंपेयर करिए तो जिहड़ा असीं हुण तक कीता। ठीक है जी, एक मिनट दे विच जिहड़े सारे आर्टिकल है जे इसनूं रिवाइज करना है, तो जे असीं गल करिए इलैक्ट्रिक फील्ड की, तो इलैक्ट्रिक फील्ड दे विच जिहड़ा साडे कोल आर्टिकल आया सीगा उहदा जिहड़ी एक्सीएल की वैल्यू आई सी, ये अपने कोल वैल्यू आई सी 2πr/r² माइनस ए स्केयर दा स्केयर। ठीक है जी, शॉर्ट डायपोल की वैल्यू लवांगे तो आ कैंसल हो जू, R4 नाल 4 कट्टिया जाएगा, तो ई की वैल्यू अपने को की आई सी 1/r³, कहना मतलब 2p/r³ एक्सीएल के केस। ठीक है, इक्वेटोरीअल के केस भी की है, आ वैल्यू अपने को आई है इन जनरल, उत्थे 2p है, इत्थे p है, तो शॉर्ट डायपोल की गल करते हैं तो ये अपने को कैंसल हो जू, 2 नाल 2 कैंसल हो जू। सेम वैल्यू है जी अपने को एक्सीएल के 2p आई सी, इत्थे अपने को p/r³ अपने को वैल्यू आ जाएगी। ठीक है जी, तो जे असीं गल करिए पोटैंशियल की एक्सीएल दे विच असीं हुणे कैलकुलेट किया, आ इक्वेशन साडे कोल बन जाएगी। थले फार्मूला नहीं बनया सी आर स्केयर माइनस ए स्केयर का। ठीक है जी, शॉर्ट डायपोल के केस से अपने को कैंसल हो जाएगा, तो इक्वेशन अपने को आ जाएगी। ठीक है जी, तो इक्वेटोरीअल के केस की है, क्योंकि वैल्यू सेम है इसलिए अपने को पोटैंशियल की वैल्यू कितनी होएगी 0 होगी। ठीक है जी, उम्मीद करदा ਹਾਂ ਜਿਹੜੇ आर्टिकल ਤੁਹਾਨੂੰ करवाए हैं ਹੁਣ तक ਉਹਨਾਂ ਬਾਰੇ ਜਿਹੜੀ ਤੁਹਾਨੂੰ ਸਮਝ ਲੱਗ ਗਈ ਹੋਵੇਗੀ। ਠੀਕ ਹੈ ਜੀ, ਜੇ ਤੁਸੀਂ ਚਾਹੁੰਦੇ ਹੋ ਵੀ ਹੋਰ ਵੀਡੀਓਜ਼ ਬਣਾਈਆਂ ਜਾਣ ਜਾਂ ਤੁਹਾਨੂੰ ਮੇਰੇ ਬਣਾਈਆਂ ਹੋਈਆਂ ਵੀਡੀਓਜ਼ ਆ ਜਿਹੜੀਆਂ ਵਧੀਆ ਲੱਗ ਰਹੀਆਂ, ਤਾਂ ਕਿਰਪਾ ਕਰਕੇ ਕੀ ਕਰੋ, ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ ਤੇ ਸਬਸਕ੍ਰਾਈਬ ਕਰੋ। ਠੀਕ ਹੈ ਜੀ, ਕਿਉਂਕਿ ਜੇ ਤੁਸੀਂ ਸਬਸਕ੍ਰਾਈਬ ਕਰੋਗੇ ਤਾਂ ਉਸ ਦੇ ਨਾਲ ਆਪਣੇ ਕੋਲ ਕੀ ਜਦੋਂ ਵੀ ਮੈਂ ਕੋਈ ਵੀਡੀਓ ਆਪਦੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਤੁਹਾਡੇ ਵਾਸਤੇ ਪਾਵਾਂਗਾ ਤਾਂ ਉਹ ਟਾਈਮਲੀ ਤੁਹਾਡੇ ਕੋਲ ਪਹੁੰਚ ਜਾਵੇਗੀ, ਇਸ ਲਈ ਇਹ ਬਹੁਤ ਜ਼ਰੂਰੀ ਹੈ। ਠੀਕ ਹੈ ਜੀ, थैंक्स एंड हैव ए नाइस डे।